क्लास 9 बेटे ਅਸੀਂ ਤੁਹਾਡੇ ਮੁਹਾਵਰਿਆਂ ਦੇ ਵਾਕ ਜਿਹੜੇ ਆ ਭਾਗ ਊੜਾ ਤੇ ਭਾਗ ਐੜਾ ਅਤੇ ਭਾਗ ਈੜੀ ਪੜ੍ਹੇ ਨੇ। ਹੁਣ ਅਸੀਂ ਪੜਾਂਗੇ ਮੁਹਾਵਰਿਆਂ ਦੇ ਵਾਕ ਭਾਗ ਸ। ਪੇਜ ਨੰਬਰ 132 133 ਤੇ ਤੁਹਾਡੇ ਸ ਤੇ ਹ ਹੈ। तो भाग स पहला 45 नंबर उसदियां गल्लां सुन के मेरे सत्ती कपड़ी अग लग गई। 46 उस नाल दोस्ती करना तो सप्पां नूं दुध पिआउण वाली ही गल है क्योंकि वह कदे भी धोखा दे सकता है। 47 पिंड वालियां ने चोर नूं कुट के चंगा सबक सिखाया। 48 उसके भरा ने प्यो की सारी जायदाद अपने नां करा लई पर फिर भी राम सबर का घुट भर के रह गया। 49 चोरी करते फड़े जान ते ओह पानी पानी हो गया। 50 अपने सामने शेर नूं वेख के उसके साह विच साह नहीं रल रहा सी। 51 सानू सोच समझ के ही किसी दी साखी भरनी चाहिदी है। 52 है बेटा दूजियां दे सांग लाउणा सानू शोभा नहीं दिंदा कि ये चंगी गल नहीं हुंदी, ये कोई शोभा वाली गल नहीं है कि असीं दूसरे दे सांग लाइए। ठीक है ना। 53 है बेटा उसनूं नौकरी की मिल गई ਉਹ ਤਾਂ ਸਿੱਧੇ ਮੂੰਹ ਗੱਲ ਹੀ ਨਹੀਂ ਕਰਦਾ। 54 ਪਿਤਾ ਦੀ ਮੌਤ ਤੋਂ ਬਾਅਦ ਤਾਂ ਉਸਦੇ ਸਿਰ ਉੱਤੇ ਪਹਾੜ ਆ ਡਿੱਗਿਆ। 55 ਜ਼ਮੀਨ ਦੀ ਵੰਡ ਕਰਕੇ ਘਰ ਵਿੱਚ ਹਮੇਸ਼ਾ ਹੀ ਕਲੇਸ਼ ਰਹਿੰਦਾ ਸੀ। ਜਦੋਂ ਸਿਰ ਉੱਤੋਂ ਪਾਣੀ ਲੰਘਣਾ ਸ਼ੁਰੂ ਹੋਇਆ ਤਾਂ ਸਰਪੰਚ ਨੇ ਆ ਕੇ ਫੈਸਲਾ ਕਰਾ ਹੀ ਦਿੱਤਾ। 56 ਆਜ਼ਾਦੀ ਪ੍ਰਾਪਤ ਕਰਨਾ ਕੋਈ ਸੌਖੀ ਗੱਲ ਨਹੀਂ ਸੀ। ਇਹ ਤਾਂ ਦੇਸ਼ ਭਗਤਾਂ ਦੇ ਸਿਰ ਸਿਹਰਾ ਆਉਂਦਾ ਹੈ। 57 ਸਾਡੇ ਫੌਜੀ ਜਵਾਨ ਦੇਸ਼ ਲਈ ਹਮੇਸ਼ਾ ਸਿਰ ਤਲੀ ਤੇ ਧਰਨ ਲਈ ਤਿਆਰ ਰਹਿੰਦੇ ਹਨ। 58 ਅੱਜ ਕੱਲ੍ਹ ਹਰ ਕੋਈ ਸਵਾਰਥੀ ਹੁੰਦਾ ਜਾ ਰਿਹਾ ਹੈ, ਕੋਈ ਕਿਸੇ ਦੇ ਸਿਰ ਤੇ ਹੱਥ ਨਹੀਂ ਰੱਖਦਾ। 59 ਜਿਸ ਆਦਮੀ ਦੇ ਸਿਰ ਤੇ ਕੁੰਡਾ ਨਹੀਂ ਹੁੰਦਾ ਉਹ ਜੇਕਰ ਮਾੜੀ ਸੰਗਤ ਵਿੱਚ ਪੈ ਜਾਵੇ ਤਾਂ ਫਿਰ ਸੁਧਰਦਾ ਨਹੀਂ। 60 ਫੌਜੀ ਸਿਰ ਧੜ ਦੀ ਬਾਜੀ ਲਾ ਕੇ ਦੇਸ਼ ਨੂੰ ਬਚਾਉਂਦੇ ਹਨ। 61 ਉਸਨੇ ਆਪਣੇ ਪਿਤਾ ਜੀ ਅੱਗੇ ਸਿਰ ਨਿਵਾ ਲਿਆ ਕਿ ਉਹ ਉਹਨਾਂ ਦੀ ਮਰਜ਼ੀ ਮੁਤਾਬਕ ਹੀ ਸਭ ਕੰਮ ਕਰੇਗਾ। 62 ਸਾਨੂੰ ਆਪਣੇ ਬਜ਼ੁਰਗਾਂ ਦੀਆਂ ਗੱਲਾਂ ਨੂੰ ਸਿਰ ਮੱਥੇ ਮੰਨਣਾ ਚਾਹੀਦਾ ਹੈ। 63 ਰਾਮ ਨੇ ਪਹਿਲਾਂ ਤਾਂ ਨੌਕਰੀ ਤੋਂ ਜਵਾਬ ਦਿੱਤਾ ਪਰ ਜਦੋਂ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਪਛਤਾਉਣ ਲੱਗਾ। ਇਹ ਤਾਂ ਸਿਰ ਮੁਨਾ ਕੇ ਭਾਅ ਪੁੱਛਣ ਵਾਲੀ ਗੱਲ ਹੀ ਹੋਈ। 64 ਵਪਾਰ ਵਿੱਚ ਘਾਟਾ ਪੈਣ ਕਾਰਨ ਉਹ ਕੰਗਾਲ ਹੋ ਗਿਆ ਤੇ ਸਿਰ ਲੁਕਾਉਣ ਲਈ ਆਪਣੇ ਸਾਕ ਸੰਬੰਧੀਆਂ ਦੀ ਸਹਾਇਤਾ ਚਾਹੁੰਦਾ ਹੈ। 65 ਚੰਗੇ ਮਨੁੱਖਾਂ ਨੂੰ ਰਹਿੰਦੀ ਦੁਨੀਆ ਤੱਕ ਲੋਕ ਸਤਿਕਾਰ ਦਿੰਦੇ ਹਨ, ਉਹਨਾਂ ਦੇ ਤਾਂ ਸਿਰਾਂ ਨਾਲ ਸਿਤਾਰੇ ਹੁੰਦੇ ਹਨ। ਠੀਕ ਹੈ, ਅੱਗੇ ਬੇਟਾ ਸਾਡੇ 66 ਪਤੀ ਦੀ ਮੌਤ ਤੋਂ ਬਾਅਦ ਉਹ ਸਿਰੋਂ ਨੰਗੀ ਹੋ ਗਈ। 67 ਨੌਕਰੀ ਮਿਲਣ ਕਾਰਨ ਤਾਂ ਉਹਨਾਂ ਦੇ ਸੁੱਕੇ ਬਾਗ ਹਰੇ ਹੋਣ ਵਾਲੀ ਗੱਲ ਹੀ ਹੋਈ ਹੈ। 68 ਸਾਨੂੰ ਮੁੱਕ ਚੁੱਕੇ ਝਗੜੇ ਨੂੰ ਫਿਰ ਤੋਂ ਸ਼ੁਰੂ ਕਰਕੇ ਸੁੱਤੀਆਂ ਕਲਾਂ ਜਗਾਉਣ ਵਾਲੀ ਗੱਲ ਨਹੀਂ ਕਰਨੀ ਚਾਹੀਦੀ। 69 ਪਰਿਵਾਰ ਵਿੱਚ ਜੇਕਰ ਸਭ ਦਾ ਸੁਰ ਮਿਲਣ ਵਾਲੀ ਗੱਲ ਹੋਵੇ ਤਾਂ ਤਰੱਕੀ ਹੀ ਪ੍ਰਾਪਤ ਹੁੰਦੀ ਹੈ। 70 ਸਾਨੂੰ ਆਪਣੇ ਕੰਮ ਆਪ ਹੀ ਕਰਨੇ ਚਾਹੀਦੇ ਹਨ, ਹਮੇਸ਼ਾ ਹੀ ਮਾਂ-ਬਾਪ ਨੂੰ ਸੂਲੀ ਤੇ ਟੰਗਣਾ ਚੰਗੀ ਗੱਲ ਨਹੀਂ। 71 ਉਹ ਤਾਂ ਬਹੁਤ ਹੀ ਸਿਆਣਾ ਸੀ ਪਰ ਕੁਝ ਲੋਕਾਂ ਨੇ ਉਸਦੇ ਪੈਸੇ ਮਾਰ ਕੇ ਸ਼ੈਤਾਨ ਦੇ ਕੰਨ ਕੁਤਰਨ ਵਾਲੀ ਗੱਲ ਹੀ ਕੀਤੀ। 72 ਉਹ ਦੋਵੇਂ ਦਰਾਣੀ ਜਠਾਣੀ ਆਪਸ ਵਿੱਚ ਪਿਆਰ ਨਾਲ ਨਹੀਂ ਰਹਿੰਦੀਆਂ, ਸਾਰਾ ਦਿਨ ਇੱਕ ਦੂਸਰੀ ਨੂੰ ਸੋਹਲੇ ਸੁਣਾਉਂਦੀਆਂ ਰਹਿੰਦੀਆਂ ਹਨ। 73 ਉਹ ਪੜ੍ਹਾਈ ਲਿਖਾਈ ਵਿੱਚ ਸਭ ਤੋਂ ਅੱਗੇ ਤਾਂ ਹੈ ਹੀ ਸੀ, ਉਸਦੇ ਮਾਂ-ਬਾਪ ਨੇ ਉਸਨੂੰ ਚੰਗੀ ਸਿੱਖਿਆ ਦੇ ਕੇ ਸੋਨੇ ਤੇ ਸੁਹਾਗੇ ਵਾਲਾ ਕੰਮ ਕੀਤਾ। ਤੋ ਬੇਟੇ ਅੱਗੇ ਸਾਡਾ ਭਾਗ ਹ 74 ਨੰਬਰ ਹੈ। ਪੁੱਤਰ ਦੇ ਸ਼ਹੀਦ ਹੋਣ ਤੇ ਉਹ ਹੰਝੂਆਂ ਦੇ ਹਾਰ ਪਰੋ ਰਹੀ ਸੀ। 75 ਉਹ ਸਾਰਾ ਦਿਨ ਕੋਈ ਕੰਮ ਨਹੀਂ ਕਰਦਾ, ਬਸ ਹੱਥ ਉੱਤੇ ਹੱਥ ਧਰ ਕੇ ਬੈਠਾ ਰਹਿੰਦਾ ਹੈ। 76 ਸਾਨੂੰ ਮਿਹਨਤ ਕਰਨੀ ਚਾਹੀਦੀ ਹੈ, ਦੂਜਿਆਂ ਅੱਗੇ ਹੱਥ ਅੱਡਣਾ ਚੰਗੀ ਗੱਲ ਨਹੀਂ। ਅੱਗੇ ਬੇਟਾ 77 ਸਾਨੂੰ ਕਿਸੇ ਤੇ ਇੱਕਦਮ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਕੀ ਪਤਾ ਕੌਣ ਹੱਥ ਸਾਫ਼ ਕਰ ਜਾਵੇ। 78 ਉਹ ਤਾਂ ਸਾਰੇ ਕੰਮ ਵੱਡੇ ਅਫਸਰਾਂ ਦੇ ਹੱਥ ਗਰਮ ਕਰਕੇ ਹੀ ਕਰਾਉਂਦਾ ਹੈ। 79 ਅੱਜ ਕੱਲ੍ਹ ਤਾਂ ਗਰੀਬ ਲੋਕਾਂ ਦੇ ਹੱਥ ਠੂਠਾ ਹੋਣ ਵਾਲੀ ਗੱਲ ਹੀ ਹੋ ਗਈ ਹੈ। 80
ਉਸ ਕਾਰੀਗਰ ਨੂੰ ਸਾਰੇ ਜਾਣਦੇ ਹਨ। ਉਹ ਹੱਥ ਦਾ ਸੁੱਚਾ ਹੋਣ ਕਾਰਨ ਪ੍ਰਸਿੱਧ ਹੈ। 81 ਨਸ਼ਿਆਂ ਕਰਕੇ ਉਹ ਜਿੱਥੇ ਵੀ ਜਾਂਦਾ ਹੈ ਕੋਈ ਉਸ ਨਾਲ ਗੱਲਾਂ ਕਰਨੀਆਂ ਚੰਗਾ ਨਹੀਂ ਸਮਝਦਾ। ਉਹ ਆਪਣੇ ਦੋਸਤਾਂ ਦੀ ਦੋਸਤੀ ਤੋਂ ਹੱਥ ਧੋ ਬੈਠਾ। 82 ਉਹ ਜਦੋਂ ਘਰ ਪਰਤੇ ਤਾਂ ਕੁਝ ਦਿਖਾਈ ਨਹੀਂ ਦੇ ਰਿਹਾ ਸੀ। ਸਾਰੇ ਪਾਸੇ ਹੱਥ ਨੂੰ ਹੱਥ ਨਾ ਦਿਸਣ ਵਾਲੀ ਗੱਲ ਹੀ ਸੀ। 83 ਉਸਨੇ ਆਪਣੀ ਧੀ ਦੇ ਹੱਥ ਪੀਲੇ ਕਰਕੇ ਸੁੱਖ ਦਾ ਸਾਹ ਲਿਆ। 84 ਕਰਮ ਸਿੰਘ ਰਾਤ ਦਿਨ ਨੌਕਰੀ ਲਈ ਹੱਥ ਪੈਰ ਮਾਰ ਰਿਹਾ ਹੈ। 85 ਵਪਾਰ ਵਿੱਚ ਵਾਧਾ ਹੋਣ ਕਾਰਨ ਉਹ ਅੱਜ ਕੱਲ੍ਹ ਖੂਬ ਹੱਥ ਰੰਗ ਰਿਹਾ ਹੈ। 86 ਸ਼ੇਰ ਨੂੰ ਆਪਣੇ ਸਾਹਮਣੇ ਵੇਖ ਕੇ ਉਸਦੇ ਹੱਥਾਂ ਦੇ ਤੋਤੇ ਉੱਡਣੇ ਸ਼ੁਰੂ ਹੋ ਗਏ। 87 ਚੋਰ ਚੋਰੀ ਕਰਕੇ ਹਰਨ ਹੋ ਗਿਆ ਤੇ ਕਿਸੇ ਨੂੰ ਪਤਾ ਹੀ ਨਾ ਲੱਗਾ। 88 ਮਾਂ-ਬਾਪ ਦੀ ਹੱਲਾਸ਼ੇਰੀ ਨਾਲ ਹੀ ਬੱਚੇ ਤਰੱਕੀਆਂ ਕਰਦੇ ਹਨ। 89 ਅਸੀਂ ਵੱਡਿਆਂ ਦਾ ਸਤਿਕਾਰ ਕਰਨਾ ਭੁੱਲ ਗਏ ਹਾਂ, ਹੁਣ ਤਾਂ ਹਵਾ ਹੀ ਉਲਟੀ ਚੱਲ ਪਈ ਹੈ। 90 ਮਹਾਰਾਜਾ ਰਣਜੀਤ ਸਿੰਘ ਦਾ ਘੋੜਾ ਹਵਾ ਨਾਲ ਗੱਲਾਂ ਕਰਦਾ ਸੀ। ਬੇਟੇ ਤੁਸੀਂ ਕੁਝ ਵੀ ਬਣਾ ਸਕਦੇ ਹੋ, ਠੀਕ ਹੈ, ਆਪਣੇ ਹਿਸਾਬ ਨਾਲ। 91 ਉਹ ਤਾਂ ਹਵਾਈ ਕਿਲੇ ਉਸਾਰਨਾ ਹੀ ਜਾਣਦਾ ਹੈ, ਕਦੇ ਵੀ ਕੋਈ ਕੰਮ ਕਰਕੇ ਨਹੀਂ ਵਿਖਾਉਂਦਾ। 92 ਅੱਜ ਕੱਲ੍ਹ ਲੋਕਾਂ ਦੀ ਮਹਿੰਗਾਈ ਕਾਰਨ ਹਾਲਤ ਪਤਲੀ ਹੋਣ ਵਾਲੀ ਗੱਲ ਹੀ ਹੋ ਗਈ ਹੈ। 93 ਉਹ ਆਪਣੀ ਹਰ ਨਵੀਂ ਚੀਜ਼ ਆਪਣੇ ਗੁਆਂਢੀਆਂ ਨੂੰ ਦਿਖਾ ਕੇ ਉਹਨਾਂ ਦੀ ਗਰੀਬੀ ਦਾ ਮਜ਼ਾਕ ਉਡਾਉਂਦੀ ਹੈ। ਇਹ ਤਾਂ ਹਿੱਕ ਤੇ ਮੂੰਗ ਦਲਣ ਵਾਲੀ ਗੱਲ ਹੀ ਹੋਈ ਹੈ। 94 ਜਦੋਂ ਉਸਨੂੰ ਨੌਕਰੀ ਮਿਲੀ ਤਾਂ ਉਸਦੇ ਦੁਸ਼ਮਣ ਦੀ ਹਿੱਕ ਤੇ ਸੱਪ ਲੇਟਣ ਲੱਗੇ। ਤਾਂ ਬੇਟੇ ਇਹ ਤੁਹਾਡੇ ਜਿਹੜੇ ਆ ਮੁਹਾਵਰੇ ਸੀ। ਹੁਣ ਅਸੀਂ ਕੀਤੇ ਸ ਤੇ ਹ ਭਾਗ ਦੇ। ਤਾਂ ਤੁਸੀਂ ਕੀ ਕਰਨਾ, ਇਹਨਾਂ ਨੂੰ ਬੇਟੇ ਅੱਛੇ ਢੰਗ ਨਾਲ ਜਿਹੜੇ ਆ ਉਹ ਯਾਦ ਕਰਨੇ ਆ ਔਰ ਆਪਣੀ ਕਾਪੀ 'ਤੇ ਜਿਹੜੇ ਆ ਉਹ ਲਿਖਣੇ ਆ, ਠੀਕ ਹੈ। ਮੁਹਾਵਰਿਆਂ ਦੇ ਵਾਕ ਜੋ ਅਸੀਂ ਕੀਤੇ ਆ ਇਹ ਤੁਸੀਂ ਆਪਣੀ ਕਾਪੀ 'ਤੇ ਲਿਖਣੇ ਆ ਔਰ ਇਹਨਾਂ ਦੇ ਅਰਥ ਅੱਛੇ ਤਰੀਕੇ ਨਾਲ, ਮੁਹਾਵਰੇ ਨੂੰ ਸਮਝਣ ਵਾਸਤੇ ਉਸਦੇ ਤੁਸੀਂ ਅਰਥ ਸਮਝੋਗੇ ਤਾਂ ਹੀ ਤੁਸੀਂ ਮੁਹਾਵਰਾ ਜਿਹੜਾ ਉਹ ਵਾਕ ਵਿੱਚ ਵਰਤ ਸਕੋਗੇ, ਠੀਕ ਹੈ। ਓਕੇ ਬੇਟੇ, ਥੈਂਕਸ।